ਕੈਪਟਨ ਸਾਹਿਬ ਇਸ ਗੱਲ ਤੇ ਮੇਰੇ ਨਾਲ ਸਹਿਮਤ ਹੋਣਗੇ ਤੁਸੀਂ ਜਦੋਂ ਉਹਨਾਂ ਨਾਲ ਕੋਈ ਗੱਲ ਕਰੋਗੇ ਵੀ ਫੌਜੀ ਜਿਹੜੇ ਹੈ ਉਹਨਾਂ ਨੂੰ ਤੁਸੀਂ ਇਹਨਾਂ ਕੰਮਾਂ ਵਾਸਤੇ ਨਹੀਂ ਇਸਤੇਮਾਲ ਕਰ ਸਕਦੇ। ਤੁਸੀਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਹੇ ਹੋ, ਤੁਹਾਡੇ ਤੇ ਵੀ ਸਵਾਲ ਉੱਠਦੇ। ਦੇ ਆਰ ਐਨੀਥਿੰਗ ਬਟ ਪੁਲਿਸ। ਉਹ ਪੁਲਿਸ ਹੈ ਨਹੀਂ ਸਾਹਿਬ। ਆਪਣੇ ਜਿਵੇਂ ਕਹਾਵਤ ਹੈ ਨਾ, ਕਹਿੰਦਾ ਜਿਸਕਾ ਕੰਮ ਉसी को साजे और करे तो ਡੇਂਗਾ ਬਾਜੇ। ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਨਾਲ ਤੇ ਚੰਨੀ ਨੂੰ ਬਣਾਉਣ ਤੋਂ ਬਾਅਦ ਕੀ ਸਰਕਾਰ 'ਚ ਫਰਕ ਹੈ? ਹੁਣ ਤਾਂ ਦੇਖੋ ਬੇਸਿਕਲੀ ਇਹ ਗੱਲ ਹੈ ਵੀ ਤਲੀ ਤੇ ਸਰਸੋਂ ਜਮਾ ਕੇ ਦਿਖਾਣੀ ਪਊ ਤੇ ਇਹ ਬਹਾਨਿਆਂ ਨੂੰ ਛੱਡ ਕੇ ਮਤਲਬ ਦੀ ਗੱਲ ਕਰੋ। ਮੋਦੀ ਸਾਹਿਬ ਪੰਜਾਬ ਨੇ ਜ਼ਖਮ ਬਹੁਤ ਦੇਖੇ। ਤੁਹਾਡਾ ਪਾਰਟੀ ਪ੍ਰਧਾਨ ਅਸਤੀਫਾ ਦੇ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਵਰਗੇ ਤੁਸੀਂ ਲੀਡਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਦਿੰਦੇ ਹੋ। ਕੇਂਦਰ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਕਹਿ ਰਹੀ ਸੀ ਨਹੀਂ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਹੈ। ਸਾਡਾ GST ਰੋਕ ਲਿਆ ਵੀ ਪੰਜਾਬੀਆਂ ਦੀ ਦਿਮਾਗ ਠਿਕਾਣੇ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਹਾਂ ਨਿਰਮਲ ਸਿੰਘ ਮਾਨਸ਼ਾਹੀਆ ਤੇ ਮੇਰੇ ਨਾਲ ਨੇ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜੀ। ਜਾਖੜ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਸਤਿ ਸ਼੍ਰੀ ਅਕਾਲ ਨਿਰਮਲ ਜੀ, ਬਹੁਤ-ਬਹੁਤ ਮਿਹਰਬਾਨੀ। ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਗੱਲ ਕਰਨ ਦਾ ਮੌਕਾ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ। ਜਾਖੜ ਸਾਹਿਬ, ਅੱਜ ਅਸੀਂ ਕਰੰਟ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਜੀ ਤੁਹਾਡੇ ਨਾਲ, ਜਿਹੜਾ ਕਿ ਦੇਸ਼ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਸਰਹੱਦਾਂ ਤੇ 50 ਕਿਲੋਮੀਟਰ ਦੇ ਦਾਇਰੇ ਅੰਦਰ BSF ਨੂੰ ਜਿਹੜੇ ਅਧਿਕਾਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਚਾਹੇ ਕਾਲੇ ਕਾਨੂੰਨਾਂ ਦਾ ਮੁੱਦਾ ਸੀ ਜਾਂ ਸਾਡੇ ਪਾਣੀਆਂ ਦੇ ਮੁੱਦੇ ਨੇ, ਹੋਰ ਨੇ, ਉਹਨਾਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਇਹ ਦੋਸ਼ ਲਗਾਤਾਰ ਸਰਕਾਰ ਵੀ ਲਾਉਂਦੀ ਸੀ, ਸੂਬਾ ਸਰਕਾਰ ਤੇ ਸਿਆਸੀ ਪਾਰਟੀਆਂ ਵੀ ਲਾਉਂਦੀਆਂ ਆ ਰਹੀਆਂ ਸੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਨਿਰਮਲ ਜੀ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਤੁਹਾਡੇ ਸਾਹਮਣੇ ਹੈ ਜੋ ਕੁਛ ਆ ਵਾਪਰ ਰਿਹਾ ਹੈ। ਬਹੁਤ ਹੀ ਗੰਭੀਰ ਮੁੱਦਾ ਹੈ। ਫੈਡਰਲਿਜ਼ਮ ਦੀ ਗੱਲ ਕਰਦੇ ਹਾਂ। ਮੋਦੀ ਸਾਹਿਬ ਨੂੰ ਮੈਨੂੰ ਚੰਗੀ ਤਰ੍ਹਾਂ ਯਾਦ ਹੈ 2014 'ਚ ਜਦੋਂ ਪ੍ਰਧਾਨ ਮੰਤਰੀ ਬਣੇ ਆ, ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਵੱਡਾ ਐਲਾਨ ਕੀਤਾ ਸੀਗਾ, ਇੱਕ ਨੈਸ਼ਨਲ ਲੈਵਲ ਦੀ ਕੋਈ ਪੋਲਿਸੀ ਡਿਕਲੇਰੇਸ਼ਨ ਜਿਹੜੀ ਸੀਗੀ, ਉਹ ਸੀਗੀ ਕੋਆਪਰੇਟਿਵ ਫੈਡਰਲਿਜ਼ਮ। ਨਾ ਤਾਂ ਹੁਣ ਕਿਤੇ ਕੋਆਪਰੇਸ਼ਨ ਦਿਸਦੀ ਤੇ ਫੈਡਰਲਿਜ਼ਮ ਦੇ ਤਾਂ ਚਿੱਥੜੇ ਕਰਕੇ ਇਹਨਾਂ ਨੇ ਜਿਹੜਾ ਆਪਾਂ ਦੇਖੇ ਹਾਲਾਤ ਆਲੇ ਦੁਆਲੇ ਆਪਣੇ ਸਾਰੇ ਗੁਆਂਢ 'ਚ ਨਿਗਾਹ ਮਾਰ ਕੇ ਦੇਖਦੇ ਹਾਂ, ਉਹ ਕਿਸੇ ਤੋਂ ਲੁਕਿਆ ਨਹੀਂ। ਤੇ ਹੁਣ ਜਿਹੜਾ ਕੱਲ੍ਹ ਪੰਜਾਬ ਨਾਲ ਵਾਪਰਿਆ ਉਹ ਤਾਂ ਮੈਂ ਸਮਝਦਾ ਵੀ ਇਹਦੇ ਬਾਅਦ ਤਾਂ ਜੇ ਆਪਾਂ ਅੱਖਾਂ ਮੀਚ ਕੇ ਬਹਿ ਗਏ ਤਾਂ ਕਬੂਤਰ ਵਾਲੀ ਹਾਲ ਹੈ ਵੀ ਕਬੂਤਰ ਨੇ ਅੱਖਾਂ ਮੀਚ ਕੇ ਬਹਿ ਜਾਓ ਤੇ ਬਿੱਲੀ ਤਾਂ ਜਾਂਦੀ ਨਹੀਂ, ਬਿੱਲੀ ਤਾਂ ਸਾਹਮਣੇ ਖੜੀ ਹੈ ਸਾਹਿਬ। ਦਿਸ ਇਜ਼ ਅ ਕ੍ਰੀਪਿੰਗ ਟੋਟਲੀਟੇਰੀਅਨ ਰਿਜੀਮ। ਕ੍ਰੀਪਿੰਗ ਇਨ ਦਾ ਸੈਂਸ ਵੀ ਇੱਕਦਮ ਠਾ ਦੇਣੇ ਜੀ ਨਹੀਂ ਆ ਕੇ ਵੱਜਣਾ, ਹੌਲੀ ਹੌਲੀ ਕਦਮ ਪੇਸ਼ੀ ਕਰ ਰਹੇ ਹੈ। ਪਹਿਲਾ ਇਸ ਹੈ ਬਿਗਨਿੰਗ ਆਫ ਦਾ ਐਂਡ ਆਫ ਫੈਡਰਲਿਜ਼ਮ, ਬਿਗਨਿੰਗ ਆਫ ਦਾ ਸਟੇਟ ਆਟੋਨਮੀਜ਼। ਜਿਸ ਪਾਸੇ ਕਦਮ ਚੁੱਕੇ ਗਏ ਹੈ ਬੜੇ ਗੰਭੀਰ परिणाम ਨਿਕਲਣਗੇ। ਕਈ ਮੇਰੇ ਸਾਥੀ ਹਰ ਇੱਕ ਕਿਸਮ ਦੀਆਂ ਟਿੱਪਣੀਆਂ ਕਰ ਰਹੇ ਹੈ ਵੀ ਸੁਨੀਲ ਤਾਂ ਬਲਦੀ ਨੂੰ ਕਰੀ ਜਾਂਦਾ ਜੀ, ਇਹ ਕਰੀ ਜਾਂਦਾ। ਸੁਨੀਲ ਦਾ ਨਹੀਂ ਸਾਹਿਬ, ਸੁਨੀਲ ਇਜ਼ ਨਾਟ ਸੁਨੀਲ ਔਰ ਸੁਨੀਲਸ ਫੀਲਿੰਗਸ ਆਰ ਇਮੈਟੀਰੀਅਲ। ਨਿਰਮਲ ਜੀ, ਮਸਲਾ ਪੰਜਾਬ ਦਾ ਹੈ। ਆਓ ਪੰਜਾਬ ਦੀ ਗੱਲ ਕਰੀਏ ਕਿ ਇਸ ਗੱਲ ਨੂੰ ਆਪਾਂ ਕਿਸ ਤਰ੍ਹਾਂ ਜਸਟੀਫਾਈ ਕਰਾਂਗੇ ਵੀ 50 ਕਿਲੋਮੀਟਰ ਵਧਾਤਾ। ਨਿਰਮਲ ਜੀ, ਮੇਰਾ ਇੱਕ ਤੁਹਾਡੇ ਰਾਹੀਂ ਸਾਡੇ ਸਰੋਤਾਂ ਨੂੰ, ਮੈਂ ਵੀ ਕੋਈ ਕਾਨੂੰਨ ਦਾ ਮੈਂ ਕੋਈ ਇੱਥੇ ਆਮ ਨਾਟ ਵਕੀਲ, ਮੈਂ ਨਹੀਂ ਨਾ ਕੋਈ ਇੰਨਾ ਪੜ੍ਹੇ ਲਿਖੇ ਹੁੰਦੇ ਤਾਂ ਮੈਂ ਵੀ ਸ਼ਾਇਦ ਅਫਸਰ ਲੱਗਿਆ ਹੁੰਦਾ, ਕਾਹਨੂੰ ਇਸ ਕੰਮ 'ਚ ਪੈਣਾ ਸੀਗਾ। ਪਰ ਆ ਜਿਹੜੀ 50 ਕਿਲੋਮੀਟਰ ਵਾਲੀ ਜਾਂ 15 ਕਿਲੋਮੀਟਰ ਵਾਲੀ, ਇਹਦੀ ਸਾਇੰਟੀਫਿਕ ਬੇਸਿਸ ਕੀ ਹੈ ਸਾਹਿਬ? ਵਨ ਕੈਨ ਅੰਡਰਸਟੈਂਡ ਇੱਕ ਟਰਮ ਹੈ ਜਿਹੜੀ ਉਹਨੂੰ ਕਿਵੇਂ ਕਹੋਗੇ ਵੀ ਜਦੋਂ ਕੋਈ ਫੋਰਸਿਸ ਜਾਂ ਪੁਲਿਸ ਪਿੱਛਾ ਕਰ ਰਹੀ ਹੁੰਦੀ ਕਿਸੇ ਦੀ, ਅਸੀਂ ਉਹਦੇ ਮਗਰ ਲੱਗੇ ਹਾਂ, hot pursuit, when you have spotted somebody and you are chasing him, ਉਸ hot pursuit ਦਾ ਕਿਸ ਤਰ੍ਹਾਂ ਲੱਗੂਗਾ ਵੀ ਇੱਥੇ ਆ ਕੇ ਆ ਲਕਸ਼ਮਣ ਰੇਖਾ ਖਿੱਚੀ ਗਈ ਜੀ ਤੇ ਉਹਦੇ ਬਾਅਦ ਤੁਸੀਂ ਅੱਗੇ ਨਹੀਂ ਜਾਣਾ। ਤੇ 50 ਕਿਲੋਮੀਟਰ ਵਾਲਾ ਕੀ ਹੈ ਵੀ 50 ਕਿਲੋਮੀਟਰ ਤੋਂ ਦੂਰ ਬਾਰਡਰ ਤੋਂ ਉੱਤੇ 50 ਕਿਲੋਮੀਟਰ ਦੇ ਬਾਅਦ ਤਾਂ ਫਿਰ ਸੰਗਰੂਰ ਆ ਜਾਊਗਾ, ਪਟਿਆਲਾ ਆ ਜਾਊਗਾ, ਜਾਂ ਅੱਗੇ ਆਪਾਂ ਹੋਰ ਜਾਂਦੇ ਰਹੀਏ ਰਾਜਸਥਾਨ ਹਰਿਆਣੇ ਵਾਲੀ ਬਾਰਡਰ 'ਤੇ ਜਾਂਦੇ ਰਹੀਏ, ਉੱਥੇ ਜਾ ਕੇ ਟੈਰਰਿਸਟ ਬਹਿ ਜਾਣ, ਉੱਥੇ ਜਾ ਕੇ ਨਸ਼ੇ ਵਾਲੇ ਸੁਦਾਗਰ ਬਹਿ ਜਾਣ ਵੀ BSF ਨੇ ਇੱਥੇ ਤਾਂ ਆਉਣਾ ਹੀ ਨਹੀਂ। ਸੋ ਵਟ ਇਜ਼ ਦਾ ਬੇਸਿਸ ਆਫ ਇਟ ਸਭ? ਆਹ ਤਾਂ ਇੱਕ ਪੇਸ਼ਕਦਮੀ ਹੈਗੀ ਕੇਂਦਰ ਸਰਕਾਰ ਦੀ
ਪੰਜਾਬ ਨੂੰ ਸਬਕ ਸਿਖਾਉਣ ਦਾ ਮੂਡ ਹੈ ਸਾਹਿਬ। ਆ ਅੱਜ ਨਹੀਂ ਚਾਲੂ ਹੋਇਆ ਜਿਹੜਾ ਸਬਕ ਸਿਖਾਉਣ ਦੀ ਕੋਸ਼ਿਸ਼ ਹੈ। ਤੁਸੀਂ ਯਾਦ ਕਰੋ ਇਕਨੋਮਿਕ ਐਮਬਾਰਗੋ, ਟ੍ਰੇਨ ਐਮਬਾਰਗੋ, ਆਪਣੇ ਜਦੋਂ ਇੱਥੋਂ ਭਾਂਬੜ ਮਚਿਆ ਇੱਥੋਂ ਕਿਸਾਨੀ ਸੰਘਰਸ਼ ਵਾਲਾ, ਉਦੋਂ ਸਭ ਤੋਂ ਪਹਿਲਾਂ ਸਾਡੀਆਂ ਗੱਡੀਆਂ ਰੋਕਤੀਆਂ। ਇੱਥੇ ਮੈਂ ਰੇਲ ਗੱਡੀ ਬਹੁਤ ਹੀ ਕਿਤੇ ਜਮਾਂ ਹੀ ਪਾਣੀ ਇੱਥੇ ਤਾਂ ਹੀ ਆ ਜੇ ਤਾਂ ਵੀ ਰੇਲ ਗੱਡੀ ਸੀ ਨਹੀਂ ਰੁਕਦੀ, ਬਾਕੀ ਸਾਰੀ ਸਰਕਾਰ ਰੁਕ ਜਾਂਦੀ ਸੀ। ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਆਹ ਦੇਖੋ ਅੰਗਰੇਜ਼ਾਂ ਦੇ ਟਾਈਮ ਦੀਆਂ ਬਣੀਆਂ, ਬਾਕੀ ਸਾਰਾ ਸਿਸਟਮ ਫੇਲ ਹੋ ਗਿਆ, ਰੇਲਵੇ ਚੱਲੀ ਜਾਂਦੀ ਹੈ। ਸਾਡੇ ਪੰਜਾਬ 'ਚ ਤਾਂ ਅਸੀਂ ਉਹ ਦਿਨ ਵੀ ਦੇਖਣੇ ਪਏ ਜਦੋਂ ਰੇਲਾਂ ਰੋਕਤੀਆਂ। ਕੇਂਦਰ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਕਹਿ ਰਹੀ ਸੀ ਨਹੀਂ ਅਸੀਂ ਇਹਨਾਂ ਨੂੰ ਸਬਕ ਸਿਖਾਉਣਾ ਹੈ। ਸਾਡਾ GST ਰੋਕ ਲਿਆ ਵੀ ਪੰਜਾਬੀਆਂ ਦੀ ਦਿਮਾਗ ਠਿਕਾਣੇ ਕਰਨਾ ਹੈ। ਤੇ ਆ ਉਸ ਪਾਸੇ ਕਦਮ ਹੈ। ਇੱਥੇ ਇਹਨਾਂ ਨੇ ਥਰੂ ਦਾ ਬੈਕ ਡੋਰ ਜਿਹੜੀ ਐਂਟਰੀ ਲਈ ਹੈ ਨਾ, ਵੀ ਇੱਥੇ ਸਾਡੀ ਪੋਜੀਸ਼ਨਿੰਗ ਹੋ ਜੇ। ਕੱਲ ਜੇ ਕਿਤੇ ਕੋਈ ਗਾਂ 19 ਕੀ ਗੱਲ ਹੁੰਦੀ ਹੈ ਤਾਂ ਸਾਡੀ ਫੋਰਸਿਸ ਵਿਲ ਆਲਰੇਡੀ ਬੀ ਇਨ ਪਲੇਸ। ਆ ਖਦਸ਼ੇ ਹੈ। ਆਮ ਨੋਟ ਸੇਇੰਗ ਵੀ ਆ ਇਹਨਾਂ ਦੀ ਸੋਚ ਹੈ। ਆਈ ਥਿੰਕ ਸੈਂਟਰਲ ਗਵਰਨਮੈਂਟ ਨੂੰ ਇਹ ਗੱਲਾਂ ਕਲੀਅਰ ਕਰਨੀਆਂ ਪੈਣਗੀਆਂ ਵੀ ਕਿਉਂ ਅਸੀਂ ਆ 50 ਕਿਲੋਮੀਟਰ ਦੀ ਲਾਈਨ ਵਧਾਈ ਹੈ। ਦੋ ਗੱਲਾਂ ਮੈਂ ਸਾਰੇ ਜਿਹੜੇ ਸਵਾਲ ਹੈ, ਕਿਉਂਕਿ ਮੈਂ ਕੋਈ ਗੱਲ ਕਹਿਣ ਤੋਂ ਪਹਿਲਾਂ ਆਪਣੇ ਮਨ 'ਚ ਪੂਰੀ ਤਰ੍ਹਾਂ ਘੋਖਿਆ ਮੈਂ ਇਹਨੂੰ ਮਨਸਈਆ ਸਾਹਿਬ ਵੀ ਕਿਉਂ ਹੋ ਕੀ ਰਿਹਾ, ਕੀ ਕਾਰਨ ਹੈ ਜਿਹੜੇ ਕਾਰਨ ਉੱਠੇ। ਕਾਰਨ ਇੱਕ ਉਹਨਾਂ ਨੇ ਕਿਹਾ ਜੀ, ਕਹਿੰਦਾ ਜੀ ISI ਨੇ ਅਫਗਾਨਿਸਤਾਨ ਦੇ ਬਾਅਦ ਐਕਟੀਵਿਟੀਜ਼ ਵਧਾਤੀਆਂ ਜੀ। ਮੇਰਾ ਸਾਹਮਣੇ ਸਵਾਲ ਹੈ ਵੀ ISI ਨੇ ਆਪਣੀ ਜਿਹੜੀ ਐਕਟੀਵਿਟੀ ਘਟਾਈਆਂ ਕਦੋਂ ਸੀਗੀਆਂ ਸਰ ਜੀ? 2017 ਤੋਂ ਮੈਨੂੰ ਯਾਦ ਹੈ ਜਦੋਂ ਦੀ ਕੈਪਟਨ ਸਾਹਿਬ ਦੀ ਸਾਡੀ ਸਰਕਾਰ ਬਣੀ ਸੀਗੀ, ਉਸੇ ਦਿਨ ਤੋਂ ਆਰਾਮ ਰੌਲਾ ਪਾ ਰਹੇ ਹੈ, ਐਸਟੈਬਲਿਸ਼ਮੈਂਟ ਪਾ ਰਹੀ ਹੈ ਜੀ ਬੜਾ ਖਤਰਾ ਹੈ ਜੀ, ਬੜਾ ਖਤਰਾ ਹੈ। ਆ ਤਾਂ ਖਤਰਾ 47 ਤੋਂ ਹੀ ਹੈ ਜੀ, 1947 ਤੋਂ ਲੈ ਕੇ ਅੱਜ ਤਾਈਂ ਆ ਖਤਰਾ ਇੱਥੇ ਹੀ ਹੈਗਾ, ਇੱਥੇ ਹੀ ਰਹੂਗਾ, ਕਿਉਂਕਿ ਗੁਆਂਢੀ ਹੈ ਜੀ। ਨਾ ਉਹ ਖਤਮ ਹੁੰਦਾ ਨਾ ਅਸੀਂ ਨਿਬੜਦੇ। ਇਹ ਤਾਂ ਸਾਨੂੰ ਇਹਦੇ ਨਾਲ ਨਿਭਣਾ ਪਊਗਾ। ਵੀ ਹੈਵ ਟੂ, ਜਿਸ ਤਰ੍ਹਾਂ ਅੰਗਰੇਜ਼ ਅਮਰੀਕਨਸ ਕਹਿੰਦੇ ਨੇ ਦੇयर ਇਜ਼ ਅ ਟਰਮ ਡੀਲ ਵਿਦ ਇਟ, ਯੂ ਹੈਵ ਟੂ ਡੀਲ ਵਿਦ ਇਟ। ਵੀ ਤੁਹਾਨੂੰ ਆ ਤਾਂ ਕੜਵਾ ਘੁੱਟ ਪੀਣਾ ਪਊਗਾ, ਆਰਾਮ ਨਾਲ ਪੀ ਲਓ ਜਾਂ ਇਹਨੂੰ ਤਗੜੇ ਹੋ ਕੇ ਪੀ ਲਓ, ਉਹ ਤੁਹਾਨੂੰ ਕਰਨਾ ਪਊਗਾ। ਸੈਕਿੰਡ ਇਹਨਾਂ ਨੇ ਕਿਹਾ ਜੀ ਹੁਣ ਕਹਿੰਦਾ ਡਰੋਨ ਆਉਣ ਲੱਗੇ। ਸੋ ਇਹਦਾ ਮਤਲਬ ਹੈ ਡਰੋਨ ਆ ਗਏ ਤਾਂ ਫਿਰ ਪੰਜਾਬ ਨੂੰ ਤਾਲੇ ਲਾ ਦਈਏ ਜੀ। ਡਰੋਨ ਇਜ਼ ਹੇਅਰ ਟੂ ਸਟੇ। ਡਰੋਨ ਦੀ ਟੈਕਨੋਲੋਜੀ ਆਉਣ ਵਾਲੇ ਸਮੇਂ 'ਚ ਹੋਰ ਇੰਪਰੂਵ ਹੋਊਗੀ ਜੀ। ਅਸੀਂ ਵੀ ਲੈ ਰਹੇ ਹਾਂ, ਉਹ ਵੀ ਲੈ ਰਹੇ ਆ। ਅਸੀਂ ਇਜ਼ਰਾਈਲ ਤੋਂ ਲੈ ਆਏ, ਅਮਰੀਕਾ ਤੋਂ ਅਸੀਂ ਲੈ ਕੇ ਆ ਰਹੇ ਹਾਂ, ਉਹ ਵੀ ਚਾਈਨਾ ਤੋਂ ਲੈ ਰਹੇ ਆ। ਚਾਈਨਾ ਇਜ਼ ਵੈਰੀ ਐਡਵਾਂਸਡ। ਅਸੀਂ ਦੇਖਿਆ ਉੱਥੇ ਸਾਡੇ ਲੱਦਾਖ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਡਿਪਲੋਏ ਕੀਤੇ ਹੈ, ਜਿਸ ਤਰ੍ਹਾਂ ਕਈ ਜਰਨਲਸ ਨੇ ਲਿਖਿਆ ਵੀ ਹੈ ਦੈਟ ਆਉਣ ਵਾਲੀ ਬੈਟਲ ਜਿਹੜੀਆਂ ਉਹ ਟੈਂਕਸ ਟੂੰਕਸ ਨਾਲ ਨਹੀਂ ਹੋਣੀਆਂ। ਦਿਸ ਵਿਲ ਬੀ ਅ ਵੈਰੀ ਹਾਈ ਟੈਕ ਕਾਈਂਡ ਆਫ ਕਨਫਰੰਟੇਸ਼ਨ। ਉਹਦੇ ਵਾਸਤੇ ਸਾਨੂੰ ਤਿਆਰ ਹੋਣਾ ਪਊਗਾ। ਵੀ ਉਹਨਾਂ ਨੇ ਡਰੋਨ ਆ ਗਏ ਜੀ, ਕਿਤੇ AK-47 ਸਿੱਟ ਗਏ। ਉਹ ਤਾਂ ਪਹਿਲਾਂ AK-47 ਪਹਿਲਾਂ ਵੀ ਦਰਿਆ ਦੇ ਰਾਹੀਂ ਟਪਾਈ ਜਾਂਦੇ ਸੀਗੇ, ਬਹੁਤੇ ਬਥੇਰੇ ਫੜੇ ਗਏ। ਸੋ ਦੀਜ਼ ਆਰ ਲੇਮ ਐਕਸਕਿਊਜ਼ਿਸ। ਇਹਨਾਂ ਗੱਲਾਂ 'ਚ ਦਮ ਹੈ ਨਹੀਂ ਸਾਹਿਬ। ਮੇਰਾ ਮੰਨਣਾ ਹੈ ਇਹ ਬਹਾਨੇ ਹੈ, ਤੇ ਇਹ ਬਹਾਨਿਆਂ ਨੂੰ ਛੱਡ ਕੇ ਮਤਲਬ ਦੀ ਗੱਲ ਕਰੋ। ਮੋਦੀ ਸਾਹਿਬ ਪੰਜਾਬ ਨੇ ਜ਼ਖਮ ਬਹੁਤ ਦੇਖੇ, ਕੋ ਮਲਮ ਦੀ ਗੱਲ ਕਰੋ। ਇਸ ਤਰ੍ਹਾਂ ਤੁਸੀਂ ਖੁੰਦਕਾਂ ਕੱਢਣ ਨਾਲ ਮੁਲਕ ਨਹੀਂ ਚੱਲਿਆ ਕਰਦੇ। ਦਿਸ ਇਜ਼ ਨਾਟ ਨਾਈਦਰ ਕੋਆਪਰੇਸ਼ਨ ਨੋਰ ਇਟ ਇਜ਼ ਫੈਡਰਲਿਜ਼ਮ। ਦਿਸ ਇਜ਼ ਆਰ ਦਿਸ ਥਿੰਗ। ਐਂਡ ਸੈਕੰਡਲੀ ਜੀ ਜਿਹੜੀ ਗੱਲ ਤੁਹਾਡੇ ਰਾਹੀਂ ਮੈਂ ਸਰੋਤਾਂ ਨਾਲ ਸਾਂਝੀ ਕਰਨਾ ਚਾਹੁੰਦਾ, ਕਈ ਲੋਕ ਬਾਹਰ ਬੈਠੇ ਹੈ ਕਿਉਂਕਿ ਉੱਥੇ BJP ਵਾਲਿਆਂ ਨੇ ਬੜਾ ਆਪਦਾ ਚਾਲੂ ਕਰ ਰੱਖਿਆ ਇੱਕ ਡਰਾਮਾ, ਨੈਸ਼ਨਲਿਜ਼ਮ ਦੀ ਗੱਲ ਕਰਦੇ ਆ ਵੀ ਵਟ ਇਜ਼ ਰੋਂਗ ਇਨ ਇਟ, ਵੀ ਹਾਊ ਕੈਨ ਵੀ ਸੁਨੀਲ ਜਾਖੜ ਕੌਣ ਹੁੰਦਾ ਸਾਡੀ ਫੋਰਸਿਸ ਤੇ। ਮੈਂ ਫੋਰਸਿਸ ਤੇ ਨਹੀਂ, ਵੀ ਆਰ ਪ੍ਰਾਊਡ ਆਫ ਆਵਰ ਫੋਰਸਿਸ। ਐਵਰੀ ਮੈਨ ਹੂ ਇਜ਼ ਯੂਨੀਫਾਰਮ ਵੀ ਆਰ ਪ੍ਰਾਊਡ ਆਫ ਹਿਮ। ਉਹ ਬਾਰਡਰ ਤੇ ਸਾਡੀ ਸੁਰੱਖਿਆ ਵਾਸਤੇ ਖੜਾ ਹੈ। ਆਪਣਾ ਪਰਿਵਾਰ, ਆਪਣੇ ਮਾਪੇ, ਆਪਣੀ ਪਰਿਵਾਰ ਨੂੰ ਛੱਡ ਕੇ, ਉੱਥੇ ਬੱਚਿਆਂ ਨੂੰ ਛੱਡ ਕੇ ਜਿਹੜਾ ਉੱਥੇ ਜਾਨ ਤਲੀ ਤੇ ਲਈ ਬੈਠਾ ਹੈ। ਵੀ ਆਰ ਪ੍ਰਾਊਡ ਆਫ ਹਿਮ। ਸਾਨੂੰ ਜਿਹੜਾ ਸ਼ੱਕ ਹੈ, ਹਮੇ ਤੋਂ ਸ਼ੱਕ ਤੋਂ ਉਨ ਪੇ ਹੈ ਸਾਹਿਬ। ਇਹ ਜਿਹੜੇ ਉੱਤੇ ਬੈਠੇ ਉਹਨਾਂ ਤੇ ਸ਼ੱਕ ਹੈ, ਜਿਨ੍ਹਾਂ ਦੇ ਹੱਥ 'ਚ ਇਹਨਾਂ ਦੀਆਂ ਲਗਾਮਾਂ ਹੈਗੀਆਂ। ਸਾਨੂੰ ਸ਼ੱਕ ਉਹਨਾਂ ਤੇ ਹੈ। ਬੇਸਿਕ ਇਸ਼ੂ ਇਜ਼ BSF ਔਰ ਫॉर दैट मैटर ਰਾਸ਼ਟਰੀ ਸੁਰੱਖਿਆ। ਸਾਡੀ ਰਾਸ਼ਟਰੀ ਰਾਈਫਲ ਜਿਹੜੀ ਹੈ ਉੱਥੇ ਕਸ਼ਮੀਰ 'ਚ ਕ੍ਰੀਏਟ ਕਰ ਰੱਖੀ ਹੈ, ਇੰਡੋ ਤਿਬਤਨ ਬਾਰਡਰ ਪੁਲਿਸ ਹੈ। ਦੀਜ਼ ਆਰ ਸਿਕਿਉਰਿਟੀ ਫੋਰਸਿਸ ਕ੍ਰੀਏਟਿਡ ਵਿਦ ਅ ਸਪੈਸੀਫਿਕ ਪਰਪਸ। ਖਾਸ ਮਤਲਬ ਨਾਲ ਉਹਨਾਂ ਨੂੰ ਬਣਾਇਆ ਗਿਆ, ਬਟ ਦੇ ਆਰ ਐਨੀਥਿੰਗ ਬਟ ਪੁਲਿਸ। ਉਹ ਪੁਲਿਸ ਹੈ ਨਹੀਂ ਸਾਹਿਬ। ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਓਰੀਐਂਟੇਸ਼ਨ, ਉਹਨਾਂ ਦੀ ਮਾਈਂਡ ਸੈਟ ਇਜ਼ ਨਾਟ ਟੂ ਮੇਨਟੇਨ ਲਾਅ ਐਂਡ ਆਰਡਰ। ਜਦੋਂ ਕਹਿੰਦੇ ਹੋ ਨਾ ਵੀ ਤੁਸੀਂ ਜਾ ਕੇ ਪਰਚਾ ਦਰਜ ਹੋ ਗਿਆ, ਉਹ ਕੰਮ ਉਹਨਾਂ ਦੇ ਨਹੀਂ ਸਾਹਿਬ। ਦੇ ਆਰ ਨਾਟ ਹੇਅਰ ਟੂ ਗੈਦਰ ਇੰਟੈਲੀਜੈਂਸ ਔਰ ਥਿੰਗਸ ਲਾਈਕ ਦੈਟ, ਵੀ ਉੱਥੇ ਕਿਹਦੇ ਘਰੇ ਕੀ ਹੋ ਗਿਆ। ਉਹ ਆਪਣੇ ਜਿਵੇਂ ਕਹਾਵਤ ਹੈ ਨਾ, ਕਹਿੰਦਾ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਡੇਂਗਾ ਬਾਜੇ। ਤੇ ਇਹ ਗੱਲਾਂ ਦੇ ਵਿੱਚ ਕੋਈ ਸਾਰ ਨਹੀਂ ਸਾਹਿਬ। ਆਈ ਹੈਵ ਚੈੱਕਡ ਇਟ ਫਰਮ ਆਲ ਪਰਸਪੈਕਟਿਵ, ਬਟ ਆਈ ਸੀ ਦਿਸ ਇਜ਼ ਅ ਵੈਰੀ ਡੇਂਜਰਸ start of events and I hope we are able to put an end to it. ਜਾਖੜ ਸਾਹਿਬ,
ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ, ਤੁਹਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹ ਵੀ ਲਗਾਤਾਰ ਇਹੀ ਕਹਿੰਦੇ ਰਹੇ ਨੇ। ਅੱਜ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਆ, ਉਹਨਾਂ ਨੇ ਸਵਾਗਤ ਕੀਤਾ, ਉਹਨਾਂ ਨੇ ਕਿਹਾ ਵੀ ਠੀਕ ਕੀਤਾ ਕੇਂਦਰ ਸਰਕਾਰ ਦਾ ਇਹ ਫੈਸਲਾ, ਸਹੀ ਹੈ, ਸੁਰੱਖਿਆ ਦੇ ਮੱਦੇਨਜ਼ਰ ਇਹ ਕੀਤਾ ਜਾਣਾ ਚਾਹੀਦਾ। ਉਹ ਅਕਸਰ ਹੀ ਜਦੋਂ ਉਹਨਾਂ ਦੀਆਂ ਸਟੇਟਮੈਂਟਸ ਆਉਂਦੀਆਂ ਸੀ, ਉਹ ਕਹਿੰਦੇ ਹੁੰਦੇ ਸੀ ਕਿ ਡਰੋਨਸ ਆ ਰਹੇ ਨੇ, ਬੜਾ ਖਤਰਾ ਹੈ। ਅਤੇ ਉਹ ਤੁਹਾਡੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਦੀ ਸਟੇਟਮੈਂਟ ਇਹ ਹੈ। ਦੂਜੇ ਪਾਸੇ ਪਿਛਲੇ ਦਿਨੀ ਮੇਰੇ ਸਵਾਲ ਦੋਨੇ ਤੁਹਾਡੇ ਨਾਲ ਇਕੱਠੇ ਨੇ ਜੀ। ਚਰਨਜੀਤ ਸਿੰਘ ਚੰਨੀ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਮਿਲ ਕੇ ਆਏ ਨੇ, ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ, ਸਰਹੱਦਾਂ ਨੂੰ ਸੀਲ ਕਰਨ ਸੰਬੰਧੀ ਉਹਨਾਂ ਨੇ ਮੰਗ ਉੱਥੇ ਉਠਾਈ ਸੀ। ਬਾਅਦ ਦੇ ਵਿੱਚ ਉਹਨਾਂ ਦੀ ਸਟੇਟਮੈਂਟਸ ਕੁਛ ਹੋਰ ਆਉਂਦੀਆਂ ਨੇ। ਰੰਧਾਵਾ ਸਾਹਿਬ ਨੇ ਵੀ ਕੱਲ੍ਹ ਤੁਹਾਡੀ ਸੁਖਜਿੰਦਰ ਰੰਧਾਵਾ ਜਿਹੜੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਵੀ ਤੁਹਾਡੀ ਸਟੇਟਮੈਂਟ ਦੇ ਉਲਟ ਸਟੇਟਮੈਂਟ ਖੰਡਨ ਕੀਤਾ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੇਰਾ ਨਿਰਮਲ ਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਵੱਡਾ ਫੈਨ ਕਹਿ ਲਓ, ਅਨੁਯਾਈ ਕਹਿ ਲਓ। ਹੀ ਵਾਜ਼ ਆਰ ਲੀਡਰ, ਬਟ ਦੇਰ ਆਰ ਸਰਟਨ ਥਿੰਗਸ ਵਿਚ ਆਈ ਹੈਵ ਨੈਵਰ ਸਬਸਕ੍ਰਾਈਬ ਟੂ। ਜਿਹੜੀ ਆ ਉਸ ਸਾਰੇ ਸਮੇਂ ਦੇ ਅੰਦਰ 17, ਮੈਂ ਤਾਂ ਆਪ ਹੀ ਚਾਲੂ ਇੱਥੋਂ ਗੱਲ ਕੀਤੀ ਹੈ ਵੀ 2017 ਦਾ ਇੱਕ ਨੈਰੇਟਿਵ ਬਿਲਡਅਪ ਹੋ ਰਿਹਾ ਹੈ ਵੀ ਪਾਕਿਸਤਾਨ ਤੋਂ ਸਾਨੂੰ ਬੜਾ ਖਤਰਾ ਹੈ ਜੀ। ਪਾਕਿਸਤਾਨ ਤੋਂ ਖਤਰਾ ਹੈ ਸਾਹਿਬ, ਖਤਰਾ ਹੈਗਾ, ਖਤਰਾ ਰਹੂਗਾ। ਦੇਰ ਦੇਖੋ ISI ਦੀ ਤੇ ਈਵਨ ਦੇਰ ਆਰਮੀ ਦੀ ਹੋਲ ਐਗਜ਼ਿਸਟੈਂਸ ਜਿਹੜੀ ਹੈ, ਦੇ ਹੈਵ ਟੂ ਜਸਟੀਫਾਈ ਵੀ ਇੰਨਾ ਪੈਸਾ ਕਿੱਧਰ ਤੋਰੀ ਜਾਂਦੇ ਹੋ। ਸੋ ਉਹਨਾਂ ਨੇ ਹਿੰਦੁਸਤਾਨ ਦਾ ਇੱਕ ਕਊਆ ਖੜਾ ਕਰ ਰੱਖਿਆ ਪਾਕਿਸਤਾਨ ਪਬਲਿਕ ਦੇ ਸਾਹਮਣੇ ਵੀ ਆ ਜਿਹੜੇ ਬੈਠੇ ਹੈ ਹਿੰਦੁਸਤਾਨੀ, ਇਹਨਾਂ ਤੋਂ ਸਾਨੂੰ ਬੜਾ ਖਤਰਾ ਹੈ ਤੇ ਸਾਨੂੰ ਇਹਨਾਂ ਨੂੰ ਕਾਬੂ ਰੱਖਣਾ ਪਊਗਾ। ਉਹ ਅਰਬਾਂ ਖਰਬਾਂ ਰੁਪਏ ਦੱਬੀ ਜਾਂਦੇ, ਉਸ ਚੋਂ ਖਾਈ ਜਾਂਦੇ। ਬਾਹਰ ਕੋਈ ਦੁਬਈ ਬੈਠਾ, ਸ਼ੇਖ ਕੋਈ ਬੈਠਾ, ਕਿੱਥੇ ਬੈਠੇ ਹੈ, ਬਟ their whole existence depends upon portraying India as a culprit and as a threat। ਉਹ ਆਪਣੀ ਤਾਂ ਠੀਕ ਹੈ, ਉਹ ਤਾਂ ਚਲਾਣ ਗਿਆ ਦੁਕਾਨ, ਉਹ ਬੰਦ ਨਹੀਂ ਹੋਣੀ। ਆਪਾਂ ਇਹਦਾ ਮਤਲਬ ਹੈ ਵੀ ਸਾਰਾ ਕੁਝ ਦੁਕਾਨ ਬੰਦ ਕਰਕੇ ਫਿਰ ਪੁਲਿਸ ਨੂੰ ਤਾਲੇ ਲਵਾ ਦਈਏ ਸਭ, ਫਿਰ ਪੁਲਿਸ ਨੂੰ ਬੰਦ ਕਰਕੇ ਫਿਰ ਵਾਈ ਨਾਟ ਹੈਂਡ ਓਵਰ। ਅਗਰ ਐਡਾ ਹੀ ਵੱਡਾ ਇਜ਼ ਅ ਪਰਮਾਨੈਂਟ ਥ੍ਰੈਟ, that why don't we declare all the bordering states under the jurisdiction of BSF or a central agency? Why not? ਦੇਖੋ, ਇਸ ਗੱਲ ਦਾ ਵਿਦ ਆਲ ਡਿਊ ਰਿਸਪੈਕਟ ਟੂ ਕੈਪਟਨ ਸਾਹਿਬ, ਹੀ ਬੀਇੰਗ ਅ ਸੋਲਜਰ ਆਪ ਰਹੇ ਹੈ, ਵੀ ਭਾਈ ਉਹਨਾਂ ਤੋਂ ਜ਼ਿਆਦਾ ਕੋਈ ਨਹੀਂ ਸਮਝਦਾ। ਅੱਜ ਮੈਂ ਹੀ ਟਵੀਟ ਪਾਇਆ ਵੀ ਕੈਪਟਨ ਸਾਹਿਬ ਇਸ ਗੱਲ 'ਤੇ ਮੇਰੇ ਨਾਲ ਸਹਿਮਤ ਹੋਣਗੇ ਤੁਸੀਂ ਜਦੋਂ ਉਹਨਾਂ ਨਾਲ ਕੋਈ ਗੱਲ ਕਰੋਗੇ ਵੀ ਫੌਜੀ ਜਿਹੜੇ ਹੈ ਉਹਨਾਂ ਨੂੰ ਤੁਸੀਂ ਇਹਨਾਂ ਕੰਮਾਂ ਵਾਸਤੇ ਨਹੀਂ ਇਸਤੇਮਾਲ ਕਰ ਸਕਦੇ। ਯੂ ਆਰ ਉਹਨਾਂ ਦਾ ਮੋਰਲ ਖਤਮ ਕਰੋਗੇ। ਉਹ ਤਾਂ ਬੈਠੇ, ਉਹ ਤਾਂ ਆਪਣਾ ਹਿੱਕ ਡਾਈ ਬੈਠੇ ਉੱਥੇ ਬਾਰਡਰ 'ਤੇ ਵੀ ਅਸੀਂ ਦੁਸ਼ਮਣ ਨੂੰ, ਹੁਣ ਤਾਂ ਦੁਸ਼ਮਣ को मारो। ਇੱਥੇ ਤੁਸੀਂ ਕਹਿੰਦੇ ਹੋ ਵੀ ਪਕੜ ਕੇ ਲਿਆਓ ਜੀ, ਉਸकी ਬਾਤ ਸੁਣੋ ਜੀ, ਮਸਲੇ ਹੱਲ। ਉਹ ਮਸਲੇ ਉਹਨਾਂ ਨੂੰ ਮਸਲਾ ਹੱਲ ਕਰਾਉਣਾ ਬਿਕੋਜ਼ ਦੁਸ਼ਮਣ ਦੇ ਨਾਲ ਨਿਪਟਣਾ ਹੈ। ਯੂ ਡੂ ਨਾਟ ਐਕਸਪੈਕਟ ਦੈਮ ਕਿ ਉਹਨਾਂ ਨੂੰ ਇੱਥੇ ਲਿਆ ਕੇ ਆਪਾਂ ਇਸਤੇਮਾਲ ਕਰਨ ਲੱਗ ਜਾਈਏ ਇਹਨਾਂ ਕੰਮਾਂ ਦੇ। ਨਾਟ ਓਨਲੀ ਯੂ ਵਿਲ ਲੋਅਰ ਦੇਅਰ ਮੋਰਲ, ਡਿਸਿਪਲਿਨ ਦਾ ਮੈਂ ਤੁਹਾਨੂੰ ਇੱਕ ਕਰਨ ਲੱਗਿਆ, ਆਈ ਡੋਂਟ ਨੋ ਕਿੰਨਾ ਟਾਈਮ ਹੈ, ਇੱਕ ਤੁਹਾਨੂੰ ਦੱਸਣਾ ਚਾਹੁੰਦਾ। ਜਦੋਂ ਆਤੰਕਵਾਦ ਦੇ ਆਪਣੇ ਇੱਥੇ ਦਿਨ ਸੀਗੇ, ਟੈਰਰਿਜ਼ਮ ਦੇ ਦਿਨ ਸੀਗੇ, ਉਹਨਾਂ ਦਿਨਾਂ ਜੇ ਤੁਸੀਂ ਦੇਖਿਆ ਹੋਣਾ CRP ਲਾਤੀ ਸੀਗੀ ਨਾਕਿਆਂ ਦੇ ਉੱਤੇ ਜੀ। ਤੇ ਇੱਕ ਬੜਾ ਫੇਮਸ ਵਾਕਿਆ ਹੈ, ਇਟ ਸ਼ੋਜ਼ ਦਾ ਮਾਈਂਡ ਸੈਟ। ਆਫਟਰ ਅ ਵਾਈਲ ਜਦੋਂ ਕਈ ਦਿਨ ਤਾਂ CRP ਵਾਲੇ ਬੜੇ ਆਪਣੇ ਮੁਸਤੈਦੀ ਨਾਲ, ਫਿਰ ਉਹਨਾਂ ਨੂੰ ਦੇਖਿਆ ਹਿਸਾਬ ਕਿਤਾਬ, ਕਿਉਂਕਿ ਪਹਿਲਾਂ ਨਾਲ 2 ਪੁਲਿਸ ਵਾਲੇ ਨਾਲ ਰਹਿੰਦੇ ਸੀਗੇ, ਬਾਕੀ CRP ਦੀ ਟੁਕੜੀ ਰਹਿੰਦੀ ਸੀਗੀ। ਤੇ ਰਾਤ ਨੂੰ ਉਹਨਾਂ ਨੇ ਟਰੱਕ ਰੋਕਣੇ ਜੀ, ਤੇ ਉਹ ਟਰੱਕ 'ਚ ਵੀ ਕਾਗਜ਼ ਦਿਖਾਓ, ਤੇ ਕਾਗਜ਼ਾਂ ਦੇ ਵਿੱਚ 2 ਪੈਸੇ ਪਾ ਕੇ, ਜਿਹੜਾ ਆਪਣੇ ਚੱਲਦਾ ਇੱਥੇ ਰਿਵਾਜ ਵੀ ਉਹਨਾਂ ਨੂੰ ਪੁਲਿਸ ਨੂੰ ਦੇ ਦਿੰਦੇ ਸੀ। ਉਹ ਕਹਿੰਦੇ ਜਾਓ। ਤੇ ਕੁਝ ਦਿਨਾਂ ਦੇ ਬਾਅਦ ਜਦੋਂ ਪੁਲਿਸ ਹਟਾ ਲਈ ਤੇ ਇਕੱਲੀ CRP ਨਾਕਿਆਂ ਤੇ ਰੋਕ ਕੇ ਤੇ ਕਾਗਜ਼ ਮੰਗਦੀ ਸੀਗੀ ਜੀ। ਤੇ ਉਹਨਾਂ ਨੇ ਦੇਖਿਆ ਵੀ ਹੁਣ ਪੁਲਿਸ ਤਾਂ ਖੜੀ ਨਹੀਂ, ਤੇ ਉਹਨਾਂ ਨੇ ਸਿੱਧੇ ਕਾਗਜ਼ ਆਪਣੀ ਰਜਿਸਟ੍ਰੇਸ਼ਨ ਫੜਾ ਦੇਣੀ। ਤੇ ਸਾਹਮਣੇ CRP ਵਾਲੇ ਕਹਿੰਦੇ ਹਮੇ ਉਹ ਕਾਗਜ਼ ਦਿਖਾਓ ਜੋ ਆਪ ਪੰਜਾਬ ਪੁਲਿਸ को देते थे। ਸੋ ਤੁਸੀਂ ਯੂ ਆਰ ਕਰਪਟਿੰਗ ਆਵਰ ਸੋਲਡ ਆਰਮ ਸਾਹਿਬ। ਆ ਜਿਹੜੀ ਹੈ ਸਾਡੀ ਖੜਕ ਬੁਝਾ ਹੈ ਸਾਹਿਬ। ਦੁਸ਼ਮਣਾਂ ਨਾਲ ਦੋ ਕਰਨਾ, ਤੁਸੀਂ ਉੱਥੇ ਜਾ ਕੇ ਆ ਕੈਂਸਰ ਨੂੰ ਇੱਕ ਕੋਡ ਛੱਡ ਦਿਓਗੇ ਕਰਪਸ਼ਨ ਵਾਲਾ। ਇਹ ਕੈਨ ਨਾਟ ਬੀ ਅਲਾਉਡ। ਜੱਟ ਸਾਹਿਬ, ਇਹ ਕੀ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਸੈਂਟਰ ਗਵਰਨਮੈਂਟ ਪੰਜਾਬ ਉਹਦੇ ਵੀ ਗੱਲ ਆਉਣ ਲੱਗੇ। ਦੇਖੋ ਸਾਹਿਬ, ਮੈਂ ਜਿਹੜਾ ਕੱਲ ਕੀਤਾ ਸੀ ਉਸੇ ਤੇ ਮੈਂ ਕਹਿਣ ਲੱਗਿਆ ਸੀ ਵੀ ਲੋਕ ਕਹਿੰਦੇ ਸੁਨੀਲ ਤਾਂ ਐਵੇਂ ਮਸਜਿਦ ਨੂੰ ਕਰਦਾ। ਨਹੀਂ ਸਾਹਿਬ, ਇਟ ਇਜ਼, ਮੈਂ ਉਦੋਂ ਲਿਖਿਆ ਸੀ ਵੀ ਜਾਣੇ ਅਣਜਾਣੇ ਵਿੱਚ ਅਨਵਿਟਿੰਗਲੀ ਹੀ ਹੈਜ਼ ਹੈਂਡਡ ਓਵਰ। ਮੈਂ ਆਪਣੀ ਗੱਲ 'ਤੇ ਸਹੀ ਹਾਂ ਸਾਹਿਬ। ਆਈ ਡੋਂਟ ਨੋ ਕੀ ਰੀਜ਼ਨ ਸੀਗੇ ਸਾਹਿਬ। ਇੱਕ ਚੀਫ ਮਿਨਿਸਟਰ ਨੇ ਪਤਾ ਨਹੀਂ 100 ਗੱਲਾਂ ਜਾ ਕੇ ਉਹ ਮਿਨਿਸਟਰ ਨਾਲ ਕਰਨੀਆਂ ਹੁੰਦੀਆਂ, ਕਿਉਂਕਿ ਅਮਿਤ ਸ਼ਾਹ ਨਾਲ ਮੀਟਿੰਗ ਹੋਣੀ ਉਹਨਾਂ ਦੀ ਕੱਪੜੇ। ਆਹੀ ਗੱਲ ਕਹਿ ਰਿਹਾ ਵੀ ਐਡੀ ਕਿਹੜੀ ਐਮਰਜੈਂਸੀ ਸੀਗੀ
ਜੀ ਸਾਨੂੰ ਉੱਥੇ ਜਾਣਾ ਪਿਆ। ਤੁਸੀਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲੇ ਸੀਗੇ, ਮੋਦੀ ਸਾਹਿਬ ਨੂੰ ਆਹੀ ਗੱਲਾਂ ਉੱਥੇ ਤੁਸੀਂ ਕਹਿ ਕੇ ਆਏ ਸੀ। ਜਿਹੜੀ ਮੋਟੀ ਗੱਲ ਸੀ ਵੀ ਇਹ ਕਿਸਾਨਾਂ ਵਾਲਾ ਜਿਹੜਾ ਮਸਲਾ ਫੌਰੀ ਤੌਰ ਤੇ ਹੱਲ ਕਰੋ, ਇਹਨਾਂ ਨੂੰ ਬੁਲਾਓ ਤੇ ਇਹ ਕਾਲੇ ਗੱਲਬਾਤ ਕਰੋ ਤੇ ਕਾਲੇ ਕਾਨੂੰਨ ਵਾਪਸ ਲਓ। ਦੈਟ ਵਾਸ ਦਾ ਮੇਨ ਇਸ਼ੂ। ਬਿਲਕੁਲ। ਤੇ ਤੁਸੀਂ ਜਦੋਂ ਆਹੀ ਗੱਲ ਜਾ ਕੇ ਅਮਿਤ ਸ਼ਾਹ ਜੀ ਨੂੰ ਕਹਿੰਦੇ ਹੋ ਤੇ ਨਾਲ ਜਿਹੜੀ ਜਦੋਂ ਆਹ ਗੱਲ ਕਹਿ ਦਿੰਦੇ ਹੋ, ਹਿਸ ਵਰਡਿੰਗਸ ਵਰ that I hope you will take strict action in this regard in sealing the borders. ਹੁਣ ਮੈਂ ਪੁੱਛਣਾ ਚਾਹਨਾ, is it strict enough now or you want more strictness? ਜੀ ਬਿਲਕੁਲ। This is, you have willy-nilly, unwittingly or maybe out of ignorance, you have validated the narrative of the establishment here, ਜਿਹੜਾ ਪਿਛਲੇ 4.5 ਸਾਲ ਤੋਂ ਬਿਲਡਅਪ ਕੀਤਾ ਜਾ ਰਿਹਾ ਸੀਗਾ for such a rainy day, ਵੀ ਕਿਸੇ ਮੌਕੇ ਤੇ ਅਸੀਂ ਆਹ ਭੂਤ ਕੱਢ ਲਾਂਗੇ ਵੀ ਦੇਖਿਓ ਕਿਤੇ ਪੰਜਾਬ ਦੇ ਵਿੱਚ ਤਾਂ ਬੜਾ ਡੇਂਜਰ ਹੋਇਆ ਖੜਾ। ਸੋ ਆਈ ਥਿੰਕ ਹੀ ਹੈਜ਼ ਫਾਲਨ ਟੂ ਸਮ ਕਾਈਂਡ ਆਫ ਅ ਟ੍ਰੈਪ ਵਿਚ ਇਟ ਵਾਸ ਟੋਟਲੀ ਅਵੋਇਡੇਬਲ। ਸਾਹਿਬ ਇਹਦਾ ਕੋਈ ਲੋੜ ਹੈ ਨਹੀਂ ਸੀ, ਕਿਉਂਕਿ ਕੈਪਟਨ ਸਾਹਿਬ ਤੇ ਵੀ ਇਹੀ ਦੋਸ਼ ਲੱਗਦੇ ਰਹੇ ਵੀ ਅਮਿਤ ਸ਼ਾਹ ਹੋਰਾਂ ਨਾਲ ਮਿਲੇ ਹੋਏ ਨੇ, ਬੀਜੇਪੀ ਨਾਲ ਮਿਲੇ ਹੋਏ ਨੇ। ਉਹ ਚਰਨਜੀਤ ਸਿੰਘ ਚੰਨੀ ਤੇ ਵੀ, ਤੁਹਾਡੇ ਨਵੇਂ ਮੁੱਖ ਮੰਤਰੀ ਤੇ ਵੀ ਮੈਨੂੰ ਕੋਈ ਨਾ ਕੋਈ ਲੋਕਾਂ ਦਾ ਕਹਾਉ ਕਹਿੰਦੇ ਨਾ, ਆਪਣੇ ਤਾਂ ਪੰਜਾਬੀ 'ਚ ਕਹਾਵਤ ਹੈ, ਕਹਿੰਦਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਥੋੜੇ ਨੂੰ। ਸਾਡੇ ਦਾ ਰੌਲਾ ਹੀ ਆਈ ਪਿਆ ਕਿਹੜਾ ਵੀ ਉੱਥੇ ਤੁਸੀਂ, ਮੈਨੂੰ ਅਜੇ ਤੱਕ ਸਮਝ ਨਹੀਂ ਆਈ ਵੀ ਅਮਿਤ ਸ਼ਾਹ ਜੀ ਕੋਲ ਲੈਣ ਕੀ ਗਏ ਸੀਗੇ। ਕਿਹੜੀ ਜਿਹੜੀ ਭੀੜ ਆਈ ਪਈ ਸੀਗੀ ਪੰਜਾਬ ਤੇ। ਪੰਜਾਬ ਹੱਸਦਾ ਸਾਡਾ ਰੰਗਲਾ ਖੇਡਦਾ ਪੰਜਾਬ ਹੈ। ਇਹ ਜਿਹੜੇ ਇੱਥੇ ਵਾਲੇ ਮਸਲੇ ਅਸੀਂ ਨਿਬੜ ਲਾਂਗੇ। ਕਿਉਂਕਿ ਜਦੋਂ ਕੈਪਟਨ ਸਾਹਿਬ ਜਾਂਦੇ ਸੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਦੋਂ ਇਹੀ ਚਰਨਜੀਤ ਸਿੰਘ ਚੰਨੀ ਤੁਹਾਡੇ ਇਹੀ ਉਹਨਾਂ ਦੇ ਉੱਤੇ ਦੋਸ਼ ਲਾਉਂਦੇ ਸੀ ਕਿ ਉਹਨਾਂ ਨਾਲ ਇਹ ਸਾਡੇ ਸਾਰੇ ਸਾਥੀ ਸਾਹਿਬ ਇਨਕਲੂਡਿੰਗ ਮੀ, ਅਸੀਂ ਹਮੇਸ਼ਾ ਹੁਣ ਵੀ ਕੁਝ ਦਿਨ ਪਹਿਲਾਂ ਜਦੋਂ ਮੈਂ ਕੈਪਟਨ ਸਾਹਿਬ ਮਿਲ ਕੇ ਆਏ ਤਾਂ ਹੀ ਸਾਰੇ ਸਾਥੀ ਉਦੋਂ ਵੀ ਕਹਿ ਰਹੇ ਸੀ ਵੀ ਆਹ ਨੈਰੇਟਿਵ ਗਲਤ ਹੈ ਜੀ, ਪੰਜਾਬ 'ਚ ਕੋਈ ਖਤਰਾ ਨਹੀਂ, ਐਵੇਂ ਬਿਲਡਅਪ ਕੀਤਾ ਜਾ ਰਿਹਾ। ਤੇ ਹੁਣ ਜਾ ਕੇ ਤੁਸੀਂ ਮੋਹਰ ਲਾਏ। ਸੋ ਆਈ ਥਿੰਕ ਕਿਤੇ ਨਾ ਕਿਤੇ ਇਸ ਗੱਲ ਦੀ ਕੋਈ ਲੋੜ ਹੈ ਨਹੀਂ ਸੀ। ਬਾਕੀ ਚੀਫ ਮਿਨਿਸਟਰ ਸਾਹਿਬ ਖੁਦ ਬਿਹਤਰ ਦੱਸ ਸਕਣਗੇ ਕੀ ਕਰਨਾ, ਪਰ ਇਹ ਗੱਲ ਹੈ ਉਹਨਾਂ ਨੂੰ ਤੁਸੀਂ ਇੱਕ ਜਸਟੀਫਿਕੇਸ਼ਨ ਦੇ ਦਿੱਤਾ। ਹੁਣ ਜਦੋਂ ਜਾਵਾਂਗੇ, ਮੇਰੀ ਅੱਜ ਲਿਖ ਲਓ ਗੱਲ ਵੀ ਸ਼ਾਹ ਸਾਹਿਬ ਨੇ ਕਹਿਣਾ ਹੈ ਵੀ ਮੈਂ ਕਿਆ ਕਰੂੰ, तुम्हारे मुख्यमंत्री आके मुझे कह रहे थे ना कल रंधावा साहब भी मैं लिखण लग्या होम मिनिस्टर ਨੂੰ चिट्ठियां 10 पाओ साहब। ਉਹਦਾ ਜਵਾਬ ਮੈਂ ਦੇ ਦੇਣਾ ਵੀ ਰੰਧਾਵਾ ਜੀ please check your own government correspondence with my department. Your chief minister has asked for strict action to be taken and you tell me if this is strict enough or you want more strictness. ਮੀਡੀਆ 'ਚ ਪ੍ਰੈਸ ਨੋਟ ਜਾਰੀ ਹੋਇਆ ਤੁਹਾਡਾ, ਮਤਲਬ ਸ਼ਰਧਾ ਸੀਲ ਕੀਤੀਆਂ ਜਾਣ। ਬਿਲਕੁਲ ਹਾਂ, ਤੇ ਤੁਸੀਂ ਕਰਤਾ ਯਾਨੀ ਇਟਸ ਸਟ੍ਰਿਕਟ। I hope you will take strict action. So he has taken a strict action. You have justified it. This is not called for. ਜਾਕਿਰ ਸਾਹਿਬ, ਇੱਕ ਮੇਰਾ ਸਵਾਲ ਇਹ ਹੈ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਨਾਲ ਤੇ ਚੰਨੀ ਨੂੰ ਬਣਾਉਣ ਤੋਂ ਬਾਅਦ ਕੀ ਸਰਕਾਰ 'ਚ ਫਰਕ ਆਇਆ ਜੀ? ਜਾਂ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ? 18 ਨੁਕਾਤੀ ਜਿਹੜਾ ਪ੍ਰੋਗਰਾਮ ਹੈ ਕਾਂਗਰਸ ਹਾਈ ਕਮਾਂਡ ਦਾ, ਤੁਸੀਂ ਵੀ ਉਹਦੇ ਉੱਤੇ ਗੱਲ ਕਰਦੇ ਰਹੇ ਹੋ, ਉਦੋਂ ਬਾਅਦ 5 ਨੁਕਾਤੀ ਪ੍ਰੋਗਰਾਮ ਵੀ ਦਿੱਤਾ ਗਿਆ ਇਹਨਾਂ ਵੱਲੋਂ। ਕੀ ਕੁਝ ਬਦਲਿਆ? ਕੈਪਟਨ ਅਮਰਿੰਦਰ ਸਿੰਘ ਦੀ ਛਵੀ ਤੇ ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਵੱਲੋਂ ਜਿਹੜੇ ਇਸ ਤਰ੍ਹਾਂ ਦੀਆਂ, ਦੇਖੋ ਇਟਸ ਟੂ अर्ਲੀ ਟੂ ਪਾਸ ਅ ਕਮੈਂਟ ਸਾਹਿਬ। ਅੱਜ ਜਦੋਂ ਮੈਂ ਸਮਝਦਾ ਅਜੇ ਮਹੀਨਾ ਵੀ ਨਹੀਂ ਪੂਰਾ ਹੋਇਆ ਜੀ ਜਦੋਂ ਚੰਨੀ ਜੀ ਨੇ, ਕਿਉਂਕਿ ਇਹਨਾਂ ਨੇ ਕਿਹਾ ਸੀ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਆਹ ਕਰ ਦਿਆਂਗੇ, ਬਿਜਲੀ ਸਮਝੌਤੇ ਰੱਦ ਕਰ ਦਿਆਂਗੇ। ਉਹ ਤਾਂ ਕੈਬਨਿਟ ਮੀਟਿੰਗਾਂ ਵੀ ਕਈ ਹੋ ਚੁੱਕੀਆਂ ਨੇ। ਦੇਖੋ ਮੈਂ ਇੰਨਾ ਹੀ ਕਹੂੰਗਾ ਨਿਰਮਲ ਜੀ, ਲੈਟਸ ਗਿਵ ਹਿਮ ਸਮ ਟਾਈਮ। ਕਿਉਂਕਿ ਸਮਾਂ ਤਾਂ ਜਾਕਿਰ ਸਾਹਿਬ ਦੋ that is time is a luxury ਕੈਬਨਿਟ ਮੀਟਿੰਗ, ਕਿਉਂਕਿ we cannot afford sir, we don't have that time, that's the problem। ਕਿਉਂਕਿ ਕਾਂਗਰਸ ਪਾਰਟੀ, ਤੁਸੀਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਹੇ ਹੋ, ਤੁਹਾਡੇ ਤੇ ਵੀ ਸਵਾਲ ਉੱਠਦੇ ਮੇਰੇ ਉੱਠਦੇ ਸਭ। ਮੈਂ ਤਾਂ ਆਪ ਬੜਾ ਚਿੰਤਿਤ ਹਾਂ। ਸੋ ਆਈ ਹੋਪ ਵੀ ਛੇਤੀ ਕੋਈ ਨਾ ਕੋਈ ਰਿਜ਼ਲਟ ਸਾਹਮਣੇ ਆਣਗੇ, ਕਿਉਂਕਿ ਕੰਸਰਨ ਹੈ ਸਾਰਿਆਂ ਦੇ, ਕੰਸਰਨ ਹੈ, ਇਕੱਲੇ ਸੁਨੀਲ ਦੇ ਨਹੀਂ। ਜੀ, ਇਹ ਵੀ 117 ਐਮਐਲਏਜ਼ ਤੁਹਾਡੇ, ਸਾਰੇ ਐਮਐਲਏ ਪੰਜਾਬ ਦਾ ਕੰਸਰਨ ਹੈ ਜੀ। ਬਿਜਲੀ ਸਮਝੌਤੇ, ਜੇ ਬਿਜਲੀ ਸਮਝੌਤੇ, ਬੇਅਦਬੀ ਦਾ ਮੁੱਦਾ, ਨਸ਼ੇ ਦਾ ਮੁੱਦਾ ਹੱਲ ਉੱਥੇ ਹੀ ਰਿਹਾ ਪ੍ਰਣਾਲੇ ਦਾ। ਪ੍ਰਣਾਲਾ ਦਾ ਫਿਰ ਕੈਪਟਨ ਲਾਉਣ ਤੇ ਉਹਦੇ ਚੰਨੀ ਦੇ ਬਣਾਉਣ 'ਚ ਤੁਹਾਡਾ, ਫਿਰ ਤੁਹਾਡੀ ਪਾਰਟੀ ਦਾ ਏਜੰਡਾ ਕੀ ਹੈ? ਬਟ ਸਾਡਾ ਏਜੰਡਾ ਬਿਲਕੁਲ ਸਹੀ ਹੈ। ਅਸੀਂ ਲੋਕਾਂ ਜਾਂ ਪਾਰਟੀ ਨਹੀਂ ਚਾਹੁੰਦੀ ਹਾਈ ਕਮਾਂਡ ਕੀ ਇਹ ਮੁੱਦੇ ਹੱਲ? ਹਾਈ ਕਮਾਂਡ ਨੇ ਤਾਂ ਦੇਖੋ, ਹਾਈ ਕਮਾਂਡ ਹੈਜ਼ ਪੁੱਟ देयर ਫੇਥ ਇਨ ਚੰਨੀ ਜੀ ਐਂਡ ਆਈ ਥਿੰਕ the whole ਪੰਜਾਬ is looking towards our government। ਕਾਂਗਰਸ ਪਾਰਟੀ ਕਨੀ ਦੇਖ ਰਹੀ ਹੈ ਵੀ ਤੁਸੀਂ ਜੋ ਕੁਝ ਹੁਣ ਕਰ ਰਹੇ ਹੋ ਸਾਰਿਆਂ ਨੂੰ ਨਾਲ ਲੈ ਕੇ ਬਹੁਤ ਅੱਛਾ ਕਦਮ ਉਹਨਾਂ ਨੇ ਲਿਆ ਹੈ ਵੀ ਪਿਛੜੇ ਵਰਗ ਨੂੰ ਰਿਪਰੈਜ਼ੈਂਟੇਸ਼ਨ ਦਾ ਮੌਕਾ, ਜਿਹੜੀਆਂ ਸਾਰੀਆਂ ਗੱਲਾਂ ਕਰਦੇ ਸੀਗੇ, ਸੁਖਬੀਰ ਜੀ ਵਰਗੇ ਵੀ ਗੱਲਾਂ ਕਰਦੇ ਸੀ ਵੀ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ, ਆਹ ਕਰਕੇ ਦਿਖਾਤਾ, ਤੁਸੀਂ ਤਾਂ ਪਤਾ ਨਹੀਂ ਕੀ ਦਿਓਗੇ ਕਿ ਨਾ ਦਿਓਗੇ। ਬਟ ਇਵੈਂਚੁਅਲੀ ਇਟ ਵਿਲ ਬੋਇਲ ਡਾਊਨ ਟੂ ਦੈਟ ਵੀ ਵਿਲ ਹੈਵ ਟੂ ਪਰਫਾਰਮ। ਸਾਨੂੰ ਕੋਈ ਨਾ ਕੋਈ ਹੁਣ ਤਾਂ ਦੇਖੋ ਬੇਸਿਕਲੀ ਇਹ ਗੱਲ ਹੈ ਵੀ ਤਲੀ ਤੇ ਸਰਸੋਂ ਜਮਾ ਕੇ ਦਿਖਾਣੀ ਪਊਗੀ। ਦਿਨ ਸਾਡੇ ਕੋਲ ਹੁਣ ਤਾਂ 70 ਦਿਨ ਵੀ ਨਹੀਂ ਰਹਿ ਗਏ, ਇੱਥੇ ਕਰਕੇ ਦਿਖਾਣੀ ਪਊਗੀ। ਕਿਉਂਕਿ
ਤੁਹਾਡੇ ਕਾਂਗਰਸ ਪ੍ਰਧਾਨ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਬਣਾਇਆ ਤੇ ਉਹ ਕੁਝ ਕੁ ਦਿਨਾਂ ਬਾਅਦ ਅਸਤੀਫਾ ਦੇ ਦਿੰਦੇ ਨੇ, ਕਿਉਂਕਿ ਪਹਿਲਾਂ ਤੁਹਾਨੂੰ ਮੁੱਖ ਮੰਤਰੀ ਬਣਾਉਣ ਦਾ ਹਾਈ ਕਮਾਂਡ ਨੇ ਫੈਸਲਾ ਲੈ ਲਿਆ ਸੀ। ਉਸ ਤੋਂ ਬਾਅਦ ਉਹਨਾਂ ਦਾ ਦਬਾਅ ਜਿਹੜਾ ਚੱਲਦਾ ਰਿਹਾ ਰੰਧਾਵੇ ਤੇ ਹੋ ਗਿਆ, ਫਿਰ ਜਾ ਕੇ ਅਖੀਰ ਤੇ ਚਰਨਜੀਤ ਸਿੰਘ ਚੰਨੀ ਨੂੰ। ਇਹਦੇ ਨਾਲ ਪਾਰਟੀ ਦੀ ਛਵੀ ਨੂੰ ਕਿਤੇ ਨਾ ਕਿਤੇ ਗ੍ਰਾਫ ਤਾਂ ਡਿੱਗਦਾ ਹੀ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਦੂਜਾ ਹੀ ਮੇਰਾ ਨਾਲ ਲੱਗਦਾ ਸਵਾਲ ਹੈ ਜੇ ਉਹੀ ਪ੍ਰਣਾਲਾ ਉੱਥੇ ਦਾ ਉੱਥੇ ਰਿਹਾ ਤੇ ਪੰਜਾਬੀਆਂ ਨੂੰ ਜਿਹੜੇ ਪੰਜਾਬੀਆਂ ਦੇ ਮੁੱਦੇ ਨੇ ਉਹ ਹੱਲ ਨਹੀਂ ਹੋਣਗੇ ਤਾਂ ਕਾਂਗਰਸ ਪਾਰਟੀ ਕਿਹੜੇ ਮੂੰਹ ਨਾਲ ਚੋਣਾਂ 'ਚ ਜਾਊਗੀ? ਆਈ ਐਮ ਵੈਰੀ ਆਪਟਿਮਿਸਟਿਕ ਸਾਹਿਬ, ਆਈ ਸਟਿਲ ਹੈਵ ਵੈਰੀ ਹਾਈ ਹੋਪਸ ਵੀ ਅਸੀਂ ਡਿਲੀਵਰ ਕਰਾਂਗੇ। ਐਟਲੀਸਟ ਪੀਪਲ ਸ਼ੁੱਡ ਸੀ ਆਰ ਇੰਟੈਂਟ ਵੀ ਅਸੀਂ ਆ ਕਰ ਰਹੇ ਹਾਂ ਤੇ ਮੈਨੂੰ ਪੂਰਾ ਉਮੀਦ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਦੇਖੀਏ ਟਵੀਟ ਜਿਹੜੇ ਆਉਂਦੇ ਨੇ, ਤੁਹਾਡਾ ਕਾਂਗਰਸ ਪ੍ਰਧਾਨ ਵੀ ਗਰਾਊਂਡ ਦੀ ਵਰਕਿੰਗ ਦੇ ਬਜਾਏ ਅਸਤੀਫਾ ਦੇ ਕੇ ਟਵੀਟਾਂ ਦੇ ਉੱਤੇ ਤੁਹਾਡੀ ਪਾਰਟੀ ਚੱਲ ਰਹੀ ਹੈ। ਟਵੀਟ ਕਲਚਰ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਇਹ ਕਿਹੜਾ ਕਲਚਰ? ਕੈਪਟਨ ਅਮਰਿੰਦਰ ਸਿੰਘ ਵੀ ਟਵੀਟ ਕਰਦੇ ਆ, ਕਿਤੇ ਨਾ ਕਿਤੇ ਤਾਲਮੇਲ ਹੈ ਜਿਹੜਾ ਉਹ ਕਿਤੇ ਤਾਲਮੇਲ ਹੁਣ ਬਣਾਉਣਾ ਪਊਗਾ ਸਾਹਿਬ। ਦੇਖੋ ਅੱਜ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਹਿਬ। ਇੱਥੇ ਚੰਡੀਗੜ੍ਹ ਬੈਠ ਕੇ ਪਹਿਲਾਂ ਸਾਡੇ ਤੇ ਆਹ ਦੋਸ਼ ਲੱਗਦਾ ਸੀ ਵੀ ਅਸੀਂ ਫਾਰਮ ਹਾਊਸ ਤੋਂ ਨਹੀਂ ਨਿਕਲਦੇ, ਹੁਣ ਅਸੀਂ ਚੰਡੀਗੜ੍ਹੋਂ ਨਹੀਂ ਨਿਕਲਦੇ। ਹੁਣ ਉਹ ਟਵਿੱਟਰ ਵਾਲੇ ਸਾਨੂੰ ਜਾਣਾ ਪਊਗਾ, ਲੋਕਾਂ 'ਚ ਜਾਣਾ ਪਊਗਾ, ਲੋਕਾਂ ਨਾਲ ਰਾਬਤਾ ਵੀ ਕਾਇਮ ਕਰਨਾ ਪਊਗਾ, ਲੋਕਾਂ ਦਾ ਵਿਸ਼ਵਾਸ ਵੀ ਹੈਵ ਟੂ ਰੀਇਨਫੋਰਸ, ਲੋਕਾਂ ਦਾ ਜਿਹੜਾ ਕੌਨਫੀਡੈਂਸ ਹੈ, ਜਿਹੜਾ ਭਰੋਸਾ। ਕਿਉਂਕਿ ਨਵਜੋਤ ਸਿੱਧੂ ਦਾ ਇਹ ਕਹਿਣਾ ਕਿ ਮੈਂ ਅੱਜ ਵੀ ਉਹਨਾਂ ਦੀ ਟਵੀਟ ਆਉਂਦਾ ਹੈ, ਦੇਖੋ ਟਵੀਟ ਹੋ ਰਹੇ ਨੇ, ਉਹਨਾਂ ਦਾ ਕਹਿਣਾ ਕਿ ਮੈਂ ਸਮਝੌਤਾ ਨਹੀਂ ਕਰੂੰਗਾ, ਮੈਂ ਕਿਸੇ ਵੀ ਤਰ੍ਹਾਂ ਸਮਝੌਤੇ ਨਹੀਂ ਕਰੂੰਗਾ, ਪਾਰਟੀ ਨੇ ਮੈਨੂੰ ਦਿੱਤਾ। ਅੱਜ ਵੀ ਉਹਨਾਂ ਦੀ ਕੱਲ ਇੰਟਰਵਿਊ ਜੋ ਲਾਈਵ ਹੋ ਕੇ ਉਹ ਕਰ ਰਹੇ ਨੇ ਆਪਣੇ ਉਹਦੇ ਵਿੱਚ, ਇਹਦੇ ਨਾਲ ਕਿੱਥੇ ਨਾ ਤਾਂ ਸਰਕਾਰ 'ਚ ਤੁਹਾਡੀ ਉਹਨਾਂ ਦਾ ਸਹੀ ਜੀ, ਨਾ ਤਾਂ ਉਹਨਾਂ ਨੇ ਸਮਝੌਤਾ ਕਰਨਾ, ਨਾ ਸਾਡੀ ਪਾਰਟੀ ਸਮਝੌਤਾ ਕਰਦੀ। ਜਿਹੜੇ ਅਸੀਂ ਗੱਲਾਂ ਕਹੀਆਂ ਉਹਨਾਂ ਤੇ ਖੜੇ ਆ। ਰੌਲਾ ਹੈ ਇੰਪਲੀਮੈਂਟੇਸ਼ਨ ਦਾ। ਸਮਾਂ ਸਾਡੇ ਕੋਲ ਥੋੜਾ, ਪਾਰਟੀ ਕੋਲ ਲੀਡਰ ਹੀ ਹੈ ਨਹੀਂ ਜੀ ਕੋਈ ਜਿਹੜਾ ਮਤਲਬ ਤੁਹਾਡੇ ਲੀਡਰ ਜਾਖੜ ਸਾਹਿਬ, ਇਹ ਬੜਾ ਜ਼ਰੂਰੀ ਹੈ। ਦੇਖੋ ਤੁਹਾਡਾ ਪਾਰਟੀ ਪ੍ਰਧਾਨ ਅਸਤੀਫਾ ਦੇ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਵਰਗੇ ਤੁਸੀਂ ਲੀਡਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਦਿੰਦੇ ਹੋ, ਠੀਕ ਹੈ। ਉਸ ਤੋਂ ਬਾਅਦ ਨਵਾਂ ਮੁੱਖ ਮੰਤਰੀ ਬਣਦਾ ਹੈ, ਉਹ ਪਹਿਲੀ ਮੀਟਿੰਗ ਦੇ ਵਿੱਚ ਜਾਂ ਦੂਜੀ ਮੀਟਿੰਗ ਤੀਜੀ ਮੀਟਿੰਗ ਹੋਣ ਦੇ ਬਾਅਦ ਵੀ ਉਹ ਪ੍ਰਣਾਲਾ ਉੱਥੇ ਦਾ ਉੱਥੇ ਮੁੱਦੇ। ਦੇਖੋ ਇੱਕ ਇਹਦੇ ਨਾਲ ਕਿਤੇ ਤੁਹਾਡੇ ਕਹਿੰਦੇ ਹੈ ਕਿ ਸੇਇੰਗ ਡੋਨਟ ਨੋ ਹਾਊ ਟੂ ਪੁੱਟ ਇਟ ਅਕ੍ਰੋਸ, ਜਦੋਂ ਜਹਾਜ਼ ਪਾਣੀ ਵਾਲਾ ਸਮੁੰਦਰੀ ਜਹਾਜ਼ ਚੱਲਦਾ ਨਾ, ਉਹਨੂੰ ਜਦੋਂ ਮੋੜਨਾ ਹੁੰਦਾ ਹੈ ਉਹ ਬੜਾ ਲੰਬਾ ਗੇੜਾ ਦੇਣਾ ਪੈਂਦਾ ਉਹਨੂੰ। ਕਹਿੰਦੇ ਸਟੇਟਸ ਆਰ ਲਾਈਕ ਸ਼ਿਪਸ, ਦੇ ਕੈਨ ਨਾਟ ਬੀ ਟਰਨਡ ਔਨ ਅ ਡਾਈਮ। ਵੀ ਇਹ ਖੜੇ ਪੈਰ ਤੁਸੀਂ ਐ ਨਹੀਂ ਮੋੜ ਸਕਦੇ ਵੀ ਆ ਮੇਰੇ ਵਾਲੀ ਗੱਡੀ ਦੀ ਕਟਾਈ ਬਹੁਤ ਹੈ ਜੀ। ਜਿਹੜਾ ਜਹਾਜ਼ ਹੈ ਇੱਕ ਸਟੇਟ ਦੀ ਐਡਮਿਨਿਸਟ੍ਰੇਸ਼ਨ, ਸਟੇਟ ਦਾ ਰੁਝਾਨ ਜਿਹੜਾ ਹੈ, ਟੇਕਸ ਅ ਵਾਈਲ ਟੂ ਟੇਕ ਅ ਟਰਨ। ਬਟ ਸਾਡੇ ਵਾਲਾ ਜਹਾਜ਼ ਹੈ, ਇਹਦੀ ਦਿਸ਼ਾ ਠੀਕ ਹੈ। We are following in the right line and I think Channi ji will be able to deliver the promises। ਜਿਹਨੂੰ ਲੈ ਕੇ ਉਹਨਾਂ ਦੀ ਦੇਖੋ ਜੋੜੀ ਕਮਾਨ ਸੰਭਾਲੀ ਸੀਗੀ, ਨਵਜੋਤ ਸਿੰਘ ਸਿੱਧੂ ਜੀ ਤੇ ਚੰਨੀ ਜੀ, so they both will be able to deliver these promises। ਜਾਖੜ ਸਾਹਿਬ ਇੱਕ ਸਵਾਲ ਇਹ ਹੈ, ਲਖਮੀਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ, ਕਿਸਾਨ ਸ਼ਹੀਦ ਕਰ ਦਿੱਤੇ ਗਏ, ਬੀਜੇਪੀ ਦੇ ਕੁਝ ਆਗੂਆਂ ਤੇ ਦੋਸ਼ ਲੱਗੇ, ਕੇਂਦਰੀ ਮੰਤਰੀ ਦੇ ਬੇਟੇ ਮਿਸ਼ਰਾ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਉਹ ਕੀਤਾ। ਇਸ ਤਰ੍ਹਾਂ ਦਾ ਕਿਸਾਨਾਂ ਨਾਲ ਰਵੱਈਆ, ਪੰਜਾਬ ਦੇ ਕਿਸਾਨ ਵੀ ਪਹਿਲਾਂ ਕਿੰਨੇ 600-700 ਕਿਸਾਨ ਪੰਜਾਬ ਦਾ ਸ਼ਹੀਦ ਹੋ ਚੁੱਕਿਆ ਕਾਲੇ ਕਾਨੂੰਨਾਂ ਨੂੰ ਲੈ ਕੇ, ਜੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਉੱਤੇ ਇਸ ਤਰ੍ਹਾਂ ਦੀ ਅਣਮਨੁੱਖੀ ਤਸ਼ੱਦਦ ਹੈ ਜਿਹੜਾ ਉਹ ਕੀਤੇ ਜਾਣਾ, ਉਹਦੇ ਬਾਰੇ ਤੁਹਾਡਾ ਕੀ ਹੋ? ਟੋਟਲ ਅਹੰਕਾਰ ਸਭ, ਐਰੋਗੈਂਸ ਆਫ ਪਾਵਰ ਜੀ, ਇਸ ਟੋਟਲ ਐਰੋਗੈਂਸ ਆਫ ਪਾਵਰ। ਐਂਡ ਔਨ ਟੌਪ ਦੇਖੋ ਆ ਜੋ ਕੁਝ ਹੋਇਆ, ਸ਼ਬਦ ਹੀ ਨਹੀਂ ਕਿਸ ਤਰ੍ਹਾਂ ਐਕਸਪਲੇਨ ਕੀਤਾ ਜਾਵੇ ਵੀ ਦਿਨ ਦਿਹਾੜੇ ਤੁਸੀਂ ਉਹਨਾਂ ਨੂੰ ਰਗੜ ਕੇ ਰੱਖਤਾ ਕਿਸਾਨਾਂ ਨੂੰ ਆਊਟ ਆਫ ਯੋਰ ਸ਼ੇਅਰ, ਵੀ ਅਸੀਂ ਉਹਦੇ ਮੁੰਡੇ ਆ, ਹੋਮ ਮਿਨਿਸਟਰ ਦੇ ਮੁੰਡੇ ਆ, ਤੇ ਤੁਸੀਂ ਰਗੜਤਾ ਉਹਨਾਂ ਨੂੰ, ਉੱਥੇ ਮਾਰਤਾ। ਦੈਟ ਇਜ਼ ਬੈਡ ਇਨਫ। ਬਟ ਉਹਦੇ ਬਾਅਦ ਹੁਣ ਬੀਜੇਪੀ ਦੀ ਸਾਰੀ ਸਰਕਾਰ, ਬੀਜੇਪੀ ਦੇ ਮੰਤਰੀ, ਇਨਫੈਕਟ ਟੁਡੇ ਅੱਜ ਮੈਂ ਜਿਹੜੇ ਸਵੇਰੇ ਅਖਬਾਰ ਦੇਖੇ, ਸੀਤਾਰਮਨ ਜੀ ਉੱਥੇ ਹਾਵਰਡ ਦੇ ਅੰਦਰ ਜਾ ਕੇ ਬਿਆਨ ਛੱਡ ਰਹੇ ਹੈ ਵੀ ਉਹ ਤਾਂ ਜੋ हुआ बुरा हुआ, पर वो दूसरी बात नहीं करते। जहाँ पे कहता राजस्थान में एक ऊपर किसी के ऊपर तशद्दुद होगी, उसकी बात नहीं करते। लोग क्यों झूठा शोर मचा रहे? देखो आ जख्मां दे उत्ते नून सिट रहे। In that context you have to see the deployment and increasing the jurisdiction of BSF साहब। बड़ी कौड़ी अख नाल सानू देख रहे है। दिस ਜਿਹੜਾ ਆ ਇੱਕ ਟ੍ਰੈਂਡ ਚਾਲੂ ਹੋਇਆ ਨਾ ਮਾਈਨੋਰਿਟੀਜ਼ ਕੰਨੀ, ਜਿਹੜਾ ਦੋ ਫਾੜ ਕਰਨ ਵਾਲਾ ਕਾਲੇ ਅੰਗਰੇਜ਼, ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਡਿਵਾਈਡ ਐਂਡ ਰੂਲ ਵਾਲੀ ਜਿਹੜੀ ਪਾਲਿਸੀ ਹੈ, ਉੱਥੇ ਵੀ ਤੁਸੀਂ ਦੇਖੋ ਲਖੀਮਪੁਰ ਦੇ ਅੰਦਰ ਵੀ ਆ ਇਸ਼ੂ ਆ ਗਿਆ ਵੀ ਆ ਦੇਖੋ ਕਿਤੇ ਇਟ ਕੈਨ ਨਾਟ ਬੀ ਗਿਵਨ ਅ ਟਰਨ ਐਜ਼, ਕਿਤੇ ਸਿੱਖਾਂ ਮਰੇ ਤਾਂ ਵਿਚਾਰੇ ਉੱਥੇ ਉਹੀ ਹੈ ਜੀ, ਤੇ ਹਾਊ ਕੈਨ ਯੂ ਸੇ ਵੀ ਇਹਨੂੰ ਤੁਸੀਂ ਇਹਦਾ ਰੂਪ ਨਾ ਦਿਓ। ਉੱਥੇ ਪੋਲਰਾਈਜੇਸ਼ਨ ਬਣਾਈ ਜਾਂਦੇ, ਇੱਥੇ ਪੋਲਰਾਈਜੇਸ਼ਨ ਬਣਾਈ ਜਾਂਦੇ ਆ। ਸਭ ਲੋਕਤੰਤਰ ਤੇ ਮਹੀਨੇ ਪਹਿਲਾਂ ਮੋਦੀ ਸਾਹਿਬ ਉੱਥੇ ਯੂਨਾਈਟਿਡ ਨੇਸ਼ਨ 'ਚ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ, ਲਾਰਜੈਸਟ ਸੈਕੂਲਰ ਡੈਮੋਕ੍ਰੇਸੀ ਇਨ ਦਾ ਵਰਲਡ।
ਕਿਉਂਕਿ ਹਰਿਆਣੇ 'ਚ ਵੀ ਇਹੀ ਹੋਇਆ हरियाणा 'ਚ ਜੋ ਕੁਝ ਹੋਇਆ ਸਾਹਿਬ, ਆਈ ਐਮ ਰੀਅਲੀ ਸੌਰੀ। ਜੋ ਕੁਝ ਖੱਟੜ ਸਾਹਿਬ ਨੇ ਕਿਹਾ, ਦੇਖੋ ਮੈਂ ਕਿਸੇ ਨੇ ਪਾਤੀ ਰਿਟ ਨਹੀਂ, ਮੈਂ ਰਿਟ ਪਾਉਂਗਾ ਸਾਹਿਬ। ਉਹ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਬਿਲਕੁਲ ਸ਼ੋਭਾ ਨਹੀਂ ਦਿੰਦੀ ਕਿਸੇ ਵਿਅਕਤੀ ਨੂੰ। ਫੋਰਗੇਟ ਬੀਇੰਗ ਅ ਚੀਫ ਮਿਨਿਸਟਰ, ਕਿਸੇ ਵੀ ਸਿਆਣੇ ਬੰਦੇ ਨੂੰ, ਜਿਹੜਾ ਹੁਣ ਮੈਂ ਸਮਝਦਾ ਉਹ ਕੋਈ ਉਹਨਾਂ ਨੇ ਉਹ ਜਿਹੜਾ ਕਿਹਾ ਸੀਗਾ ਸੱਠੇ ਸਾਠਿਅਮ ਸਮਾਚਰੇਤ, ਬੜੀ ਸੰਸਕ੍ਰਿਤ ਝਾੜਤੀ। ਕੋਈ ਮੇਰੇ ਵਰਗੇ ਕਮਲੇ ਨੂੰ ਪੁੱਛ ਲੈਂਦਾ ਵੀ ਆ ਮਤਲਬ ਕੀ ਹੈ, ਕਹਿੰਦਾ 60 ਸਾਲ ਦਾ ਸੱਠਿਆ ਆ ਜਾਂਦਾ ਹੈ। ਦਿਸ ਕੋਈ ਇਸ ਕਿਸਮ ਦੀ ਸਟੇਟਮੈਂਟ ਦੇਣ ਵਾਲੀ ਹੈ? ਤੁਸੀਂ ਇਸ ਕਿਸਮ ਦਾ ਲੋਕਾਂ ਨੂੰ ਕਹਿ ਰਹੇ ਹੋ ਵੀ ਡਾਂਗਾ ਚੱਕ ਲਓ ਤੁਸੀਂ। ਸੌਰੀ ਸਾਹਿਬ, ਦਿਸ ਇਜ਼ ਆਈ ਵੁੱਡ ਸੇ, ਅਸੀਂ ਇਹਨੂੰ ਇੱਥੇ ਕਿਸੇ ਨੇ ਆਲਰੇਡੀ ਪਾਈ ਬੈਠੇ ਹੈ ਹਾਈ ਕੋਰਟ 'ਚ। ਆਈ ਵਿਲ ਆਲਸੋ ਟਰਾਈ ਟੂ ਲੁੱਕ ਇਨਟੂ ਦਾ ਜੁਡੀਸ਼ੀਅਲ ਵੀ ਹੈ, ਇਹਦੇ 'ਤੇ ਕੇਸ ਰਜਿਸਟਰ ਹੋਣਾ ਚਾਹੀਦਾ ਮੁੱਖ ਮੰਤਰੀ ਸਾਹਿਬ 'ਤੇ। ਕਿਉਂਕਿ ਉਸੇ ਕਰਕੇ ਅਫਸਰਸ਼ਾਹੀ ਜਿਹੜਾ ਪਿਛਲੇ ਦਿਨੀ ਐਸਡੀਐਮ ਨੇ ਜਿਹੜਾ ਕੀਤਾ ਐਸਡੀਐਮ ਨੇ ਕਹਿੰਦਾ ਸਿਰ ਪਾੜ ਕੇ ਆਏ ਮੇਰੇ ਕੋਲ, ਐਸੇ ਇਸ ਤਰ੍ਹਾਂ ਆਇਆ ਨੂੰ, ਇਹ ਕਹਿੰਦੇ ਡਾਂਗਾ ਚੱਕ ਲਓ, ਉਤਲੇ ਕਹਿੰਦੇ ਗੋਲੀ ਮਾਰੋ ਇਨਕੋ, ਉਹਨਾਂ ਨੇ ਗਾਲ ਕੱਢ ਕੇ ਕਿਹਾ ਸੀਗਾ। ਫਿਰ ਤਾਂ ਨਿਪਟ ਗਿਆ ਜੀ ਕੰਮ। ਫਿਰ BSF ਨੂੰ ਅਸੀਂ ਕਿਹੜੀ ਨਿਗਾਹ ਨਾਲ ਦੇਖੀਏ? ਯੂ ਲੁੱਕ ਐਟ increasing the jurisdiction of BSF with this prism। ਇਹ ਐਨਕਾਂ ਲਾ ਕੇ ਜਦੋਂ ਦੇਖੋਗੇ ਨਾ, SDM ਕੀ ਕਹਿ ਰਿਹਾ, ਖੱਟੜ ਸਾਹਿਬ ਕੀ ਕਹਿ ਰਹੇ ਆ, ਇਹਨਾਂ ਦਾ ਮੰਤਰੀ ਕੀ ਕਹਿ ਰਿਹਾ, ਉੱਥੇ ਸੀਤਾਰਮਨ ਜੀ ਕੀ ਕਹਿ ਰਹੇ ਆ, ਰਾਜਨਾਥ ਸਿੰਘ ਜੀ ਕੱਲ੍ਹ ਕੀ ਬਿਆਨ ਛੱਡ ਰਹੇ, ਅਮਿਤ ਸ਼ਾਹ ਜੀ ਕੀ ਕਹਿ ਰਹੇ। ਸੋ ਇਟ ਇਜ਼ ਅ ਵੈਰੀ ਡੇਂਜਰਸ implications of we have to be on our guard। ਜਾਖੜ ਸਾਹਿਬ, ਇੱਕ ਮੇਰਾ ਲਾਸਟ ਸਵਾਲ ਹੈ ਜੀ, ਤੁਹਾਡਾ ਟਾਈਮ ਅਸੀਂ ਕਾਫੀ ਲੈ ਲਿਆ। ਕਾਂਗਰਸ ਪਾਰਟੀ ਦੇ 4.5 ਸਾਲ ਪੂਰੇ ਹੋ ਚੁੱਕੇ ਨੇ, ਵਾਅਦੇ ਜਿਹੜੇ ਕੀਤੇ ਸੀ ਉਹ ਵਾਅਦਿਆਂ ਦੇ ਉੱਤੇ ਪੂਰੇ ਖਰੇ ਨਹੀਂ ਉਤਰੇ। ਤੁਸੀਂ ਵੀ ਇਹ ਲਗਾਤਾਰ ਬੇਬਾਕ ਗੱਲ ਕਰਦੇ ਰਹਿੰਦੇ ਹੋ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਇਹਦੇ ਲਈ ਇਕੱਲੇ ਜ਼ਿੰਮੇਵਾਰ ਸੀ। ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਜਿਹੜਾ ਡੈਮੇਜ ਕੰਟਰੋਲ ਸੀ ਉਹ ਕਰ ਸਕੀ ਹੈ, ਜਾਂ ਹਜੇ ਇਹ 2-3 ਮਹੀਨਿਆਂ ਦੇ ਵਿੱਚ ਜੋ ਵੀ ਹਾਲਾਤ ਬਣੇ ਨੇ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਦੇਣਾ ਬਾਰ-ਬਾਰ, ਇਹ ਕਿਸ ਤਰ੍ਹਾਂ? ਇੱਕ ਪ੍ਰਧਾਨ ਨੂੰ ਤੁਸੀਂ 2 ਮਹੀਨੇ ਪਹਿਲਾਂ ਲਾਇਆ ਉਹ ਅਸਤੀਫਾ ਦੇ ਜੇ, ਤੇ ਉਹ ਵੀ ਟਵਿੱਟਰ ਤੇ। ਦੇਖੋ ਇਹਨਾਂ ਗੱਲਾਂ ਦਾ ਮੈਂ ਕੁਝ ਨਹੀਂ ਕਹੂੰਗਾ, ਬਟ ਯੈਸ ਮੈਨੂੰ ਪੂਰੀ ਮੈਂ ਇਸ ਗੱਲ ਤੇ ਆਸ਼ਵਸਤ ਹਾਂ ਵੀ ਸਾਡੇ ਕੋਲ ਜਿਹੜਾ ਟਾਈਮ ਹੈ ਅਸੀਂ ਇਹਨੂੰ ਗੱਲਾਂ ਨੂੰ ਸਿਰੇ ਲਾਵਾਂਗੇ। ਇਹ ਜਿਹੜੇ ਸਾਡੇ ਲੋਕਾਂ ਨੂੰ ਜਿਸ ਭਰੋਸੇ ਨਾਲ ਸਾਨੂੰ ਲੋਕਾਂ ਨੇ 2/3 ਬਹੁਮਤ ਦਿੱਤਾ ਸੀ, ਵੀ ਵਿਲ ਟਰਾਈ ਟੂ ਫੁਲਫਿਲ, ਚਾਹੇ ਟਾਈਮ ਥੋੜ੍ਹਾ ਹੈ ਬਟ ਦਿਸ ਇਜ਼ ਅ ਚੈਲੰਜ। ਤੇ ਜਦੋਂ ਆ ਜ਼ਿੰਮੇਵਾਰੀ ਸੰਭਾਲੀ ਹੈ ਚੰਨੀ ਜੀ ਨੇ, ਹੀ ਵਾਜ਼ ਵੈਰੀ ਵੈਲ ਅਵੇਅਰ ਵੀ ਆ ਮੇਰੇ ਸਾਹਮਣੇ ਟਾਈਮ ਲਿਮਿਟੇਸ਼ਨਸ ਹੈਗੀਆਂ ਤੇ ਇਹ ਪੂਰੀ ਕਰਕੇ ਦਿਆਂਗੇ। ਸੋ ਆਈ ਥਿੰਕ ਵੀ ਵਿਲ ਡੂ ਇਟ। ਧੰਨਵਾਦ ਜੀ ਜਾਖੜ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਪ੍ਰਾਈਮ ਏਸ਼ੀਆ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਇਟਸ ਅ ਪਲੇਜ਼ਰ ਸਰ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਤੋਂ ਇਹ ਸਨ ਸੁਨੀਲ ਜਾਖੜ ਜੀ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕਾਂਗਰਸ ਪ੍ਰਧਾਨ, ਜਿਨ੍ਹਾਂ ਨੇ ਬੜਾ ਹੀ ਸਪਸ਼ਟ ਰੂਪ ਦੇ ਵਿੱਚ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰੂਗੀ ਤੇ ਚਰਨਜੀਤ ਸਿੰਘ ਚੰਨੀ ਜਿੰਨਾ ਵੀ ਉਹਨਾਂ ਕੋਲੇ ਸਮਾਂ ਉਹ ਪਰਫਾਰਮੈਂਸ ਕਰਕੇ ਦਿਖਾਉਣਗੇ ਤੇ ਉਹ ਲੋਕਾਂ ਦੇ ਵਿੱਚ ਵਾਅਦੇ ਪੂਰੇ ਕਰਕੇ ਜਾਣਗੇ। ਤੇ ਉਹਨਾਂ ਨੇ ਮੋਦੀ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਕਿ ਉਹ ਸਾਡੇ ਫੈਡਰਲ ਢਾਂਚੇ ਦੇ ਉੱਤੇ, ਸੰਘੀ ਢਾਂਚੇ ਦੇ ਉੱਤੇ ਹਮਲਾ ਕਰ ਰਹੀ ਹੈ, ਪੰਜਾਬ ਦੀ ਸੰਘੀ ਕੁੱਟ ਰਹੀ ਹੈ। 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਦਾ ਜਿਹੜਾ BSF ਨੂੰ ਜਿਹੜੇ ਅਧਿਕਾਰ ਦਿੱਤੇ ਨੇ, ਤਾਂ ਉਹ ਬਹੁਤ ਹੀ ਸਾਡੇ ਸੰਘੀ ਢਾਂਚੇ ਦੇ ਉੱਤੇ ਸਿੱਧਾ ਹਮਲਾ ਹੈ। ਪੰਜਾਬੀਆਂ ਨੂੰ ਦੀ ਆਵਾਜ਼ ਉਹ ਕੁਚਲਣ ਚਾਹੁੰਦੀ ਆ, ਤੇ ਇਹ ਸੁਨੀਲ ਜਾਖੜ ਹੋਰਾਂ ਨੇ ਕਿਹਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV। ਕੈਮਰਾਮੈਨ ਦੀਪਕ ਹੋਰਾਂ ਦੇ ਨਾਲ ਨਿਰਮਲ ਸਿੰਘ ਮਾਨਸ਼ਈਆ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ।